ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦੇ 7ਵੇਂ ਸਲੋਕ ਅਤੇ 7ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ 5ਵਾਂ ਸਲੋਕ। ਅਗਮ ਅਗਾਧ ਪਾਪ ਬ੍ਰਹਮ ਸੋਏ, ਜੋ ਜੋ ਕਹੇ ਸਮੁਕਤਾ ਹੋਏ। ਸੁਨਮੀ ਤਾ ਨਾਨਕ ਬਨਵੰਤਾ, ਸਾਧ ਜਨਾ ਕੀ ਅਚਰਤ ਕਥਾ ਅਸਪਦੀ। ਸਾਧਕ ਸੰਗ ਮੁਖ ਊਜਲ ਹੋਤ, ਸਾਧ ਸੰਗ ਮਨ ਸਗਲੀ ਖੋਤ। ਸਾਧ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੂਝੇ ਪ੍ਰਭ ਨੇਰਾ, ਸਾਧ ਕੇ ਸੰਗ ਸਭ ਹੋਤ ਨਵੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰग ਏਕ ऊपर जतन। साध के महिमा बरने कौन पुरानी, नानक साध की शोभा प्रभ में समानी। साध के संग अगोचर मिले, साध के संग सदा प्रफुल्ले। साध के संग आवे बस पंचा, साध संग अमृत रस पंचा। साध संग होए सब की रैन, साध संग मनोहर बैन। साध के संग न कत्तू तावै, साध संग असत मन पावै। साध के संग माया ते पिन, साध संग नानक प्रभ सो प्रसन्न। साध के संग मनसा मीत, साधु के संग महापुनीत। साध संग किस सो नहीं बैर, साध के संग न बीगा पैर। साध के संग नाही को मंदा, साध संग जाने परमानंदा। साध के संग नाही हो ताप, साध के संग तजे सब आप। आपे जाने साध बढ़ाई, नानक साध प्रभ बनी आई। साध के संग कबूत आवे, साध के संग न कबूत आवे। साध के संग सदा सुख पावे, साध संग बस अगोचर रहे। साधु के संग अजर सहे, साध के संग बसे तान ऊंचे। साधु के संग महल पहुँचे पहुँचे। साध के संग दृढ़े सब धर्म, साध के संग केवल पार ब्रह्म। साध के संग पाए नाम निदान, नानक साधु के कुर्बान। साध के संग सब कुल उदारे, साध संग साजन मीठ कुटुंब न विस्तारे। साधु के संग सो तन पावे, जिस तन को सबको बरसावे। साध संग धर्म राय करे सेवा, साध के संग सुबासुर देवा। साध के संग पाप पलायन, साध संग अमृत गुण गायन। साध के संग सर्व थान गम, नानक साध के संग सफल जन्म। साध के संग नहीं कुछ काल, दर्शन पेटत होत निहाल। साध संग कलुखद हरे, साध के संग नरक पर हरे। साध के संग इहाँ उहाँ सुहेला, साध संग बिछरत हर मेला। जो इच्छे सोई फल पावै, साध के संग न बिरथा जावै। पार ब्रह्म साध रस बसे, नानक उदरे साध सुन रसे। साध के संग सुनो हर नाम, साध संग हर के गुण गाओ। साध के संग न मन ते बिसरे, साध संग सर पर निस्तरे। साध के संग लगे प्रभ मीठा, साधु के संग कट कट डीठा। साध संग पै आज्ञाकारी, साध संग गत पई हमारी। साध के संग पेटे सब रोग, नानक साध पेटे संयोग। साध की महिमा वेद न जाने, जेता सुने तेता बखयाने। साध की उपमा तय गुण ते दूर, साध की उपमा रही भरपूर। साध की शोभा का नाही अंत, साध की शोभा सदा बेअंत। साध की शोभा ऊंच ते ऊंची, साध की शोभा ऊंच ते ऊंची। साध की शोभा साध बनी आई, नानक साध प्रभ भेद न पाई। साध की शोभा ऊंच ते ऊंची, साध की शोभा ऊंच ते ऊंची। साध की शोभा साध बनी आई, नानक साध प्रभ भेद न पाई। ਇਸ ਅਸਤੁਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਜਿਸ ਤਰ੍ਹਾਂ ਇਸ ਸ਼ਲੋਕ ਵਿੱਚ ਕਹਿੰਦੇ ਹਨ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਗੁਰੂ ਜੀ ਕਹਿੰਦੇ ਨੇ ਉਹ ਪਾਰ ਬ੍ਰਹਮ ਪਰਮੇਸ਼ਰ ਅਗਮ ਅਤੇ ਅਗਾਧ ਹੈ, ਭਾਵ ਪਹੁੰਚ ਤੋਂ ਪਰਾਂ ਹੈ ਜੀ, ਅਤੇ ਡੂੰਘਾ ਭਾਵ ਪਰੇ ਤੋਂ ਪਰਾ ਸਭਨਾਂ 'ਤੇ
ਪਰੇ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੋ ਕਹੇ ਸਮੁਕਤਾ ਹੋਏ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੋ ਗੁਰਮੁਖ ਉਸ ਪਰਮੇਸ਼ਰ ਦੇ ਪਾਰ ਬ੍ਰਹਮ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨੂੰ ਸਿਮਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸਾਧ ਸੰਤ ਰੂਪ ਸਾਧ ਮਾਇਆ ਦੇ ਬੰਧਨ ਤੋਂ ਮੁਕਤ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਹੇ ਮਿੱਤਰ ਮੈਂ ਬੇਨਤੀ ਕਰਦਾ ਹਾਂ ਜੀ ਕਿ ਮੈਨੂੰ ਵੀ ਪਰਮੇਸ਼ਰ ਦੇ ਗੁਰਸ਼ਬਦ ਨਾਮ ਅਤੇ ਸਾਧ ਜਨਾਂ ਦੀ ਵਿਸਮਾਦੀ ਦੀ ਕਥਾ ਸੁਣਾਓ ਜੀ। ਕਥਨ ਭਾਵ ਸਰਵਣ ਕਰਾਓ ਜੀ, ਸੁਣਾਓ ਜੀ। ਫਿਰ ਅਸਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਨਾਮ ਧਾਰ ਕੇ ਅਤੇ ਸਾਧ ਸੰਗਤ ਵਿੱਚ ਗੁਰਸ਼ਬਦ ਨਾਮ ਸਿਮਰਨ ਦੇ ਕਥਨ ਕਰਨ ਨਾਲ ਮੁਖ ਉਜਲਾ ਹੁੰਦਾ ਹੈ ਜੀ। ਮਨ ਦੀ ਸਾਰੀ ਮੈਲ ਚੱਲ ਜਾਂਦੀ ਹੈ ਜੀ। ਹੰਕਾਰ ਮਿਟ ਜਾਂਦਾ ਹੈ ਜੀ। ਉੱਤਮ ਗਿਆਨ ਭਾਵ ਸ੍ਰੇਸ਼ਟ ਗਿਆਨ ਪ੍ਰਾਪਤ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇੜੇ ਭਾਵ ਅੰਗ ਸੰਗ ਜਾਪਣ ਲੱਗਦਾ ਹੈ ਜੀ ਅਤੇ ਜਨਮ ਜਨਮਾਂਤਰਾਂ ਦੇ ਸਾਰੇ ਝਮੇਲਿਆਂ ਦਾ ਨਬੇੜਾ ਭਾਵ ਫੈਸਲਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਗੁਰਸ਼ਬਦ ਨਾਮ ਰੂਪ ਰਤਨ ਪ੍ਰਾਪਤ ਹੋ ਜਾਂਦੇ ਹਨ ਜੀ। ਇੱਕੋ ਪਰਮੇਸ਼ਰ ਜੋ ਸਭ ਤੋਂ ਉੱਪਰ ਹੈ ਜੀ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਦੀ ਸੋਝੀ ਹੋ ਜਾਂਦੀ ਹੈ ਜੀ। ਉਸ ਦੀ ਸੋਝੀ ਦਾ ਯਤਨਸ਼ੀਲ ਕਰੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੀ ਮਹਿਮਾ ਦਾ ਵਰਣਨ ਕਿਹੜਾ ਪ੍ਰਾਣੀ ਕਰ ਸਕਦਾ ਹੈ ਜੀ। ਕੌਣ ਕਰ ਸਕਦਾ ਹੈ ਜੀ। ਭਾਵ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਸੰਗ ਰੂਪ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਲ ਜੁੜਨਾ ਹੈ ਜੀ ਅਤੇ ਉਸ ਨੂੰ ਦਾ ਕਥਨ ਕਰਨਾ ਹੈ ਜੀ। ਪਰਮੇਸ਼ਰ ਦੀ ਮਹਿਮਾ ਭਾਵ ਅਤੇ ਸਾਧ ਦੀ ਸੋਭਾ ਵਿੱਚ ਇੱਕੋ ਸਮਾਨ ਹੈ ਜੀ। ਇੱਕ ਦੂਜੇ ਵਿੱਚ ਹੀ ਸਮਾਈ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਧ ਦੇ ਸੰਗ ਨਾਲ ਅਗੋਚਰ ਭਾਵ ਇੰਦਰੀਆਂ ਕਰਕੇ ਕਾਬੂ ਵਿੱਚ ਕਰਕੇ ਪਰਮੇਸ਼ਰ ਮਿਲ ਜਾਂਦਾ ਹੈ ਜੀ। ਭਾਵ ਇੰਦਰੀਆਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਕਾਬੂ ਵਿੱਚ ਆ ਜਾਂਦੀਆਂ ਹਨ ਜੀ ਅਤੇ ਪਰਮੇਸ਼ਰ ਨਾਲ ਮਨ ਅਤੇ ਹਿਰਦਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਨਾਲ ਗੁਰਮੁਖ ਸਦਾ ਪ੍ਰਫੁੱਲਤ ਪ੍ਰਸੰਨ ਹੁੰਦੇ ਹਨ ਜੀ। ਪੰਜ ਵਿਕਾਰ ਕਾਬੂ ਵਿੱਚ ਆਉਂਦੇ ਹਨ ਜੀ। ਅੰਮ੍ਰਿਤ ਰਸ ਰੂਪੀ ਗੁਰਸ਼ਬਦ ਨਾਮ ਰਸ ਚੱਖ ਦਾ ਮੌਕਾ ਮਿਲਦਾ ਹੈ ਜੀ ਅਤੇ ਸਾਧ ਸੰਗ ਨਾਲ ਸਭ ਦੇ ਚਰਨਾਂ ਦੀ ਧੂੜ ਹੋਈ ਜਾਈਦਾ ਹੈ ਜੀ। ਭਾਵ ਸਭ ਨਾਲ ਮਿਲਣ ਦਾ ਭਾਵ ਆਪਣੀ ਹਉਮੈ ਛੱਡ ਕੇ ਸਾਰੇ ਨਾਲ ਪਿਆਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਮਨੁੱਖ ਮਨੋਹਰ ਬੋਲਾਂ ਭਾਵ ਸੁੰਦਰ ਬੋਲਣ ਲੱਗ ਜਾਂਦਾ ਹੈ ਜੀ। ਮਨੁੱਖ ਦਾ ਮਨ ਕਿਸੇ ਹੋਰ ਵਿਕਾਰਾਂ ਪਾਸੇ ਨਹੀਂ ਦੌੜਦਾ ਜੀ ਅਤੇ ਮਨ ਸਥਿਰਤਾ ਭਾਵ ਟਿਕਾਅ ਵਿੱਚ ਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਨਾਲ ਮਨੁੱਖ ਮਾਇਆ ਤੋਂ ਉਪਰਾਮ ਭਾਵ ਨਿਰਲੇਪ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਾਧ
ਅਤੇ ਸਾਧ ਦੇ ਸੰਗ ਨਾਲ ਮਨੁੱਖ ਉੱਪਰ ਪਰਮੇਸ਼ਰ ਆਪ ਪ੍ਰਸੰਨ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਸਾਰੇ ਦੁਸ਼ਮਣ ਮਿੱਤਰ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਅਤੇ ਸਾਧ ਦੇ ਸੰਗ ਨਾਲ ਮਨੁੱਖ ਦਾ ਹਿਰਦਾ ਬਹੁਤ ਪਵਿੱਤਰ ਹੋ ਜਾਂਦਾ ਹੈ ਜੀ, ਅਤੇ ਕਿਸੇ ਨਾਲ ਵੈਰ ਨਹੀਂ ਹੁੰਦਾ ਜੀ, ਵੈਰ ਦੀ ਭਾਵਨਾ ਵੀ ਨਹੀਂ ਹੁੰਦੀ ਜੀ, ਅਤੇ ਮਨੁੱਖ ਦਾ ਪੈਰ ਵਿੰਗਾ ਨਹੀਂ ਪੈਂਦਾ, ਪੈਰ ਵਿੰਗਾ ਨਹੀਂ ਪੈਂਦਾ ਜੀ, ਭਾਵ ਮੰਦੇ ਪਾਸੇ ਨਹੀਂ ਜਾਂਦਾ ਜੀ, ਅਤੇ ਕਿਸੇ ਦਾ ਮਾੜਾ ਨਹੀਂ ਕਰਦਾ ਜੀ, ਅਤੇ ਪਰਮਾਨੰਦ ਭਾਵ ਆਨੰਦ ਸਰੂਪ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਹਿਚਾਨ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਕਰਕੇ ਹਉਮੈ ਰੂਪ ਤਾਪ ਨਹੀਂ ਰਹਿੰਦਾ ਜੀ, ਭਾਵ ਹਉਮੈ ਮਰ ਜਾਂਦੀ ਹੈ ਜੀ, ਅਤੇ ਆਪਣੇ ਅੰਦਰੋਂ ਆਪਣੇ ਮਨ ਦੀ ਭਾਵ ਹਉਮੈ ਨੂੰ ਤਿਆਗ ਦੇਈਦਾ ਹੈ ਜੀ, ਅਤੇ ਪਰਮੇਸ਼ਰ ਆਪ ਹੀ ਸਾਧ ਦੀ ਵਡਿਆਈ ਨੂੰ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਾਧ ਦੀ ਪਰਮੇਸ਼ਰ ਨਾਲ ਪ੍ਰੀਤ ਬਣ ਆਈ ਹੈ ਜੀ, ਭਾਵ ਪੱਕਾ ਪਿਆਰ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਕਰਕੇ ਮਨੁੱਖ ਦਾ ਮਨ ਇੱਧਰ ਉੱਧਰ ਨਹੀਂ ਭਟਕਦਾ ਜੀ, ਸਦਾ ਸੁੱਖ ਪਾਉਂਦਾ ਹੈ ਜੀ, ਅਤੇ ਅਗੋਚਰ ਵਸਤੂ ਭਾਵ ਇੰਦਰੀਆਂ ਤੋਂ ਪਰੇ ਗੁਰਸ਼ਬਦ ਨਾਮ ਪਰਮੇਸ਼ਰ ਦਾ ਰੂਪ ਨਾਮ ਹਾਸਲ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਨਾਲ ਮਨੁੱਖ ਨੂੰ ਨਾ ਸਹਾਰ ਜਾ ਸਕਣ ਵਾਲੀ ਵਸਤੂ ਵੀ ਉਹ ਸਹਿ ਲੈਂਦਾ ਹੈ ਜੀ, ਭਾਵ ਉਹ ਦੁੱਖ ਸੁੱਖ ਪਰਮੇਸ਼ਰ ਦਾ ਭਾਣਾ ਹੀ ਸਮਝਦਾ ਹੈ ਜੀ, ਅਤੇ ਪਰਮੇਸ਼ਰ ਉੱਚੇ ਭਾਵ ਸ੍ਰੇਸ਼ਟ ਸਥਾਨ ਵਿੱਚ ਵਸਦਾ ਹੈ ਜੀ, ਭਾਵ ਉਸ ਦੀ ਸੁਰਤ ਗੁਰਸ਼ਬਦ ਨਾਮ ਦੁਆਰਾ ਪਰਮੇਸ਼ਰ ਦੇ ਚਰਨਾਂ ਵਿੱਚ ਟਿਕ ਜਾਂਦੀ ਹੈ ਜੀ, ਈਸ਼ਵਰੀ ਦਰਗਾਹ ਵਿੱਚ ਪਹੁੰਚ ਜਾਂਦਾ ਹੈ ਜੀ, ਅਤੇ ਆਚਾਰਾਂ ਨੂੰ ਗੁਰੂ ਸ਼ਬਦ ਨਾਮ ਦੁਆਰਾ ਦ੍ਰਿੜ ਕਰ ਲੈਂਦਾ ਹੈ ਜੀ, ਅਤੇ ਹਰ ਪਾਸੇ ਕੇਵਲ ਪਾਰ ਬ੍ਰਹਮ ਪਰਮੇਸ਼ਰ ਨੂੰ ਵਿਆਪਕ ਵੇਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਧ ਦੇ ਸੰਗ ਨਾਲ ਗੁਰਸ਼ਬਦ ਨਾਮ ਰੂਪ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ ਜੀ, ਅਤੇ ਗੁਰੂ ਜੀ ਕਹਿੰਦੇ ਹਨ ਸਾਧ ਤੋਂ ਮੈਂ ਉਹਨਾਂ ਗੁਰਮੁਖਾਂ ਤੋਂ ਜੋ ਗੁਰਸ਼ਬਦ ਬਾਣੀ ਨਾਮ ਅਤੇ ਸਾਧ ਸੰਗਤ 'ਚ ਬੈਠ ਕੇ ਪਰਮੇਸ਼ਰ ਦੇ ਗੁਣਗਾਨ ਕਰਦੇ ਹਨ ਜੀ, ਮੈਂ ਉਹਨਾਂ ਤੋਂ ਬਲਿਹਾਰੇ ਕੁਰਬਾਨ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਧ ਦੇ ਸੰਗ ਨਾਲ ਮਨੁੱਖ ਦੇ ਸਾਰੇ ਕੁਲਾਂ ਨੂੰ ਉਤਾਰ ਲੈਂਦਾ ਹੈ ਜੀ, ਸੱਜਣ ਮਿੱਤਰ ਕੁਟੁੰਬੀ ਆਦਿ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਮਨੁੱਖ ਉਹ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਰੂਪ ਧਨ ਨੂੰ ਪ੍ਰਾਪਤ ਕਰਦਾ ਹੈ ਜੀ, ਜਿਸ ਧਨ ਨਾਲ ਉਹ ਸਭ ਨੂੰ ਤ੍ਰਿਪਤ ਕਰਦਾ ਹੈ ਜੀ, ਅਤੇ ਧਰਮ ਰਾਜ ਵੀ ਇਸ ਦੀ ਸੇਵਾ ਕਰਦਾ ਹੈ ਜੀ, ਭਾਵ ਇਸ ਨੂੰ ਧਰਮ ਰਾਜ ਦਾ ਕੋਈ ਡਰ ਨਹੀਂ ਲੱਗਦਾ ਜੀ, ਜਨਮ ਮਰਨ ਦਾ ਕੋਈ ਡਰ ਨਹੀਂ ਲੱਗਦਾ ਜੀ, ਸਰ ਅਤੇ ਦੇਵਤੇ ਇਸ ਦੀ ਸ਼ੋਭਾ ਕਰਦੇ ਹਨ ਜੀ, ਪਾਪ ਚਲੇ ਜਾਂਦੇ ਹਨ ਜੀ, ਪਰਮੇਸ਼ਰ ਦੇ ਅਤੇ ਪਰਮੇਸ਼ਰ ਦੇ ਗੁਰਸ਼ਬਦ ਨਾਮ ਅੰਮ੍ਰਿਤ ਰੂਪ ਗੁਣ ਗਾਏ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਮਨੁੱਖ ਦੀ ਸਭ ਸਥਾਨਾਂ ਉੱਤੇ ਬਹੁਤ ਪਹੁੰਚ ਹੋ ਜਾਂਦੀ ਹੈ ਜੀ, ਭਾਵ ਸਾਰੇ ਪਾਸੇ ਇੱਜ਼ਤ ਮਿਲਦੀ ਹੈ ਜੀ, ਅਤੇ ਸਫਲਤਾ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧੂ ਦੇ ਸੰਗ ਨਾਲ ਮਨੁੱਖ ਦਾ ਜਨਮ ਸਫਲ ਹੋ ਜਾਂਦਾ ਹੈ ਜੀ, ਭਾਵ ਇਹ ਮਨੁੱਖਾਂ ਦੇ ਜੀਵਨ 'ਚ ਆਉਣਾ ਇਹ ਸਫਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਗੁਰਸ਼ਬਦ
ਨਾਮ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਲਈ ਕੋਈ ਕਠੋਰ ਘਾਲਣਾ ਨਹੀਂ ਘਾਲਣੀ ਪੈਂਦੀ ਜੀ, ਕਿਉਂਕਿ ਗੁਰਸ਼ਬਦ ਨਾਮ ਦੁਆਰਾ ਅਤੇ ਸਾਧ ਦੇ ਦਰਸ਼ਨ ਕਰਨ ਨਾਲ ਹੀ ਨਿਹਾਲ ਹੋ ਜਾਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਨਾਲ ਪਾਪਾਂ ਦੀ ਕਾਲਖ ਦੂਰ ਹੋ ਜਾਂਦੀ ਹੈ ਜੀ, ਅਤੇ ਨਰਕਾਂ ਦੇ ਦੁੱਖ ਨੂੰ ਦੂਰ ਕਰ ਦਿੰਦਾ ਹੈ ਜੀ, ਅਤੇ ਉੱਥੇ ਭਾਵ ਲੋਕ ਪਰਲੋਕ ਵਿੱਚ ਸੌਖਾ ਹੋ ਜਾਂਦਾ ਹੈ ਜੀ। ਅਤੇ ਮਨੁੱਖ ਦਾ ਗੁਰਸ਼ਬਦ ਨਾਮ ਦੁਆਰਾ ਪਰਮੇਸ਼ਰ ਹਰ ਨਾਲ ਮੇਲ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਵੀ ਇਹ ਇੱਛਾ ਕਰਦਾ ਹੈ ਜੀ ਉਸਨੂੰ ਉਹੀ ਫਲ ਪ੍ਰਾਪਤ ਹੋ ਜਾਂਦਾ ਹੈ ਜੀ। ਭਾਵ ਮਨ ਇੱਛਤ ਫਲ ਪਾਉਂਦਾ ਹੈ ਜੀ, ਕਿਉਂਕਿ ਕੋਈ ਵੀ ਵਿਅਕਤੀ ਖਾਲੀ ਨਹੀਂ ਜਾਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਾਧ ਦੇ ਹਿਰਦੇ ਵਿੱਚ ਹੀ ਵਸਦਾ ਹੈ ਜੀ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਹੀ ਵਸਦਾ ਹੈ ਜੀ, ਜੋ ਗੁਰਸ਼ਬਦ ਨਾਮ ਦੁਆਰਾ ਉਸ ਪਰਮੇਸ਼ਰ ਨੂੰ ਅੰਦਰ ਹੀ ਬੁੱਝ ਲੈਂਦੇ ਹਨ ਜੀ, ਭੇਦ ਉਸਦਾ ਪਾ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਰਸਨਾ ਤੋਂ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਸੁਣ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੇ ਸੰਗ ਨਾਲ ਪਰਮੇਸ਼ਰ ਦੇ ਗੁਰਸ਼ਬਦ ਨਾਮ ਨੂੰ ਸ਼ਰਵਣ ਕਰੋ ਜੀ ਅਤੇ ਗੁਣ ਗਾਓ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਕਰਕੇ ਪਰਮੇਸ਼ਰ ਮਨ ਤੋਂ ਨਹੀਂ ਵਿਸਰਦਾ ਜੀ, ਅਤੇ ਮਨੁੱਖ ਅਵਸ਼ਯ ਹੀ ਭਵ ਸਾਗਰ ਤੋਂ ਤਰ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੇ ਸੰਗ ਨਾਲ ਪਰਮੇਸ਼ਰ ਮਿੱਠਾ ਲੱਗਦਾ ਹੈ ਜੀ, ਭਾਵ ਪਿਆਰਾ ਲੱਗਦਾ ਹੈ ਜੀ, ਅਤੇ ਪਰਮੇਸ਼ਰ ਹਰ ਗੁਰਸ਼ਬਦ ਨਾਮ ਦੁਆਰਾ ਹਰ ਇੱਕ ਸਰੀਰ ਅੰਦਰ ਹਰ ਇੱਕ ਹਿਰਦੇ ਵਿੱਚ ਦਿਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਸੰਗ ਨਾਲ ਪਰਮੇਸ਼ਰ ਦੇ ਹੁਕਮ ਭਾਵ ਆਗਿਆਕਾਰੀ ਹੋ ਜਾਈਦਾ ਹੈ ਜੀ, ਹੁਕਮੀ ਭਾਵ ਆਗਿਆਕਾਰੀ ਹੋ ਜਾਈਦਾ ਜੀ, ਗੁਲਾਮ ਹੋ ਜਾਈਦਾ ਹੈ ਜੀ ਪਰਮੇਸ਼ਰ ਦੇ, ਅਤੇ ਸਾਡੀ ਸਦਗਤ ਭਾਵ ਮੁਕਤੀ ਹੋ ਜਾਂਦੀ ਹੈ ਜੀ, ਅਤੇ ਸਾਰੇ ਰੋਗ ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਾਧ ਦਾ ਮੇਲ ਸੰਜੋਗ ਬਸ ਭਾਵ ਭਾਗਾਂ ਨਾਲ ਹੀ ਕਿਸੇ ਵਿਰਲੇ ਗੁਰਮੁਖਾਂ ਨੂੰ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣਦੇ ਜੀ। ਵੇਦ ਜੋ ਬੜੇ ਗਿਆਨੀ ਧਿਆਨੀ ਵੇਦਾਂ ਨੂੰ ਪੜ੍ਹ ਕੇ ਗਿਆਨ ਧਿਆਨੀ ਬਣ ਜਾਂਦੇ ਹਨ, ਉਹ ਵੀ ਨਹੀਂ ਜਾਣਦੇ ਜੀ। ਉਹ ਜਿਤਨਾ ਸੁਣਦੇ ਹਨ ਜੀ ਉਤਨਾ ਹੀ ਵਿਖਾਣ ਕਰ ਦਿੰਦੇ ਹਨ ਜੀ, ਪਰ ਆਪਣੇ ਅੰਦਰ ਨਹੀਂ ਪਾਉਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਉਪਮਾ ਮਾਇਆ ਦੇ 3 ਗੁਣਾ ਭਾਵ ਰੱਜੋ ਸੱਤੋ ਅਤੇ ਤਮੋ ਤੋਂ ਦੂਰ ਹੈ ਜੀ, ਅਤੇ ਸਾਧ ਦੀ ਉਪਮਾ ਹਰ ਪਾਸੇ ਪਸਰੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਸੋਭਾ ਦਾ ਕੋਈ ਅੰਤ ਨਹੀਂ ਹੈ ਜੀ, ਅਤੇ ਉਹਨਾਂ ਦੀ ਸੋਭਾ ਸਦਾ ਬੇਅੰਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਸੋਭਾ ਉੱਚੀ ਤੋਂ ਉੱਚੀ ਭਾਵ ਬਹੁਤ ਉੱਚੀ ਹੈ ਜੀ, ਕੋਈ ਉਸ ਨੂੰ ਨਹੀਂ ਬਿਆਨ ਕਰ ਸਕਦਾ ਜੀ, ਅਤੇ ਵੱਡੀ ਤੋਂ ਵੱਡੀ ਹੈ ਜੀ, ਬਹੁਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਧ ਦੀ ਸੋਭਾ ਸਾਧ ਨੂੰ ਹੀ ਕਹਿਣੀ ਬਣਦੀ ਹੈ ਜੀ, ਭਾਵ ਕਹਿਣ ਆਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਭਾਈ ਸਾਧੂ ਅਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਤੇ ਸਾਸ ਦੇ ਸੰਗ ਦੁਆਰਾ ਤੁਸੀਂ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਪਾ ਸਕਦੇ ਹੋ ਜੀ, ਕੋਈ ਦੂਸਰਾ ਨਹੀਂ ਹੈ ਜੀ, ਉਹ ਤਾਂ ਅੰਦਰ ਹੀ ਹੈ ਜੀ। ਇਸ ਅਸ਼ਟਪਦੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸ਼ਟਪਦੀ ਦੇ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਧ ਦੀ ਮਹਿਮਾ ਦਾ ਕੀ ਫਾਇਦੇ ਹਨ ਜੀ।
ਭਾਵ ਗੁਰਸ਼ਬਦ ਨਾਮ ਅਤੇ ਸਾਧ ਸੰਗਤ ਦੁਆਰਾ ਮਨੁੱਖ ਹਰ ਇੱਕ ਵਸਤ ਪ੍ਰਾਪਤ ਕਰ ਸਕਦਾ ਹੈ ਜੀ, ਅਤੇ ਹਰ ਪ੍ਰਕਾਰ ਦੀ ਮਨੋਕਾਮਨਾ ਪੂਰੀ ਹੋ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਅਤੇ ਸਾਧ ਸੰਗਤ ਨਾਲ ਹੀ ਮੋਖ ਦੁਆਰ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਧ ਦੀ ਅਤੇ ਗੁਰਸ਼ਬਦ ਨਾਮ ਦੀ ਸ਼ੋਭਾ ਦਾ ਵਰਣਨ ਕਰ ਸਕਣਾ ਇਹ ਸਰਲ ਗੱਲ ਨਹੀਂ ਹੈ ਜੀ, ਕਿਉਂਕਿ ਸਾਧ ਅਸਲੀ ਗੁਰਮੁਖ ਸਾਧ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ ਜੀ। ਇਸ ਲਈ ਸਾਧ ਦੀ ਮਹਿਮਾ ਕਥਨ ਦੀ ਸੀਮਾ ਤੋਂ ਪਰੇ ਹੈ ਜੀ, ਅਤੇ ਉਸ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਜੀ। ਭਾਵ ਕੋਈ ਨਹੀਂ ਪਹਿਚਾਣ ਸਕਦਾ ਜੀ। ਜਿਸ ਤਰ੍ਹਾਂ ਇਸ ਅਸ਼ਟਪਦੀ ਦੇ ਵਿੱਚ ਗੁਰੂ ਜੀ ਇਹਨਾਂ ਲਾਈਨਾਂ 'ਚ ਕਹਿੰਦੇ ਹਨ, ਸਾਧ ਕੀ ਸੋਭਾ ਸਾਧ ਬਣੀ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਾਧ ਕੀ ਸੋਭਾ ਸਾਧ ਬਣੀ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।